ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੇ ਆਗੂ ਮਨਦੀਪ ਕੌਰ ਅਤੇ ਮਨੀਸ਼ ਕੁਮਾਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵਿੱਚ ਖੇਤੀਬਾੜੀ ਸਬ ਇੰਸਪੈਕਟਰ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਫਸਲਾਂ ਪ੍ਰਤੀ ਜਾਣਕਾਰੀ ਦੇ ਉਹਨਾਂ ਨੂੰ ਜਾਗਰੂਕ ਕਰ ਰਹੇ ਨੇ ਤੇ ਉਹਨਾਂ ਦੀ ਮੰਗ ਪੇ ਪੈਰਿਟੀ ਦੀ ਹੈ, ਜਿਸ ਨੂੰ ਜਲਦ ਤੋਂ ਜਲਦ ਬਹਾਲ ਕੀਤਾ ਜਾਵੇ ਕਿਉਂਕਿ ਪਿਛਲੇ ਬਹੁਤ ਲੰਮੇ ਸਮੇਂ ਤੋਂ ਪੇ ਪੈਰਿਟੀ ਦੇ ਲਈ ਉਹ ਸੰਘਰਸ਼ ਕਰ ਰਹੇ ਨੇ। ਉਹਨਾਂ ਦੱਸਿਆ ਕਿ ਖੇਤੀਬਾੜੀ ਸਬ ਇੰਸਪੈਕਟਰ ਵੈਟਨਰੀ ਇੰਸਪੈਕਟਰ ਦੇ ਬਰਾਬਰ ਆਪਣਾ ਹੱਕ ਰੱਖਦੇ ਨੇ, ਪਰ ਵੈਟਨਰੀ ਇੰਸਪੈਕਟਰ 4200 ਗ੍ਰੇਡ ਪੇ ਲੈ ਰਿਹਾ ਹੈ ਤੇ ਪਿਛਲੇ ਬਹੁਤ ਲੰਮੇ ਸਮੇਂ ਤੋਂ ਖੇਤੀਬਾੜੀ ਸਬ ਇੰਸਪੈਕਟਰ ਦੇ ਗ੍ਰੇਡ ਪੇ ਪਿਛਲੇ ਬਹੁਤ ਲੰਮੇ ਸਮੇਂ ਤੋਂ ਖੇਤੀਬਾੜੀ ਸਬ ਇੰਸਪੈਕਟਰ ਦੇ ਪੇ ਗ੍ਰੇਡ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਤੇ ਸਰਕਾਰ ਵੱਲੋਂ ਪੱਖਪਾਤ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਉਹਨਾਂ ਵੱਲੋਂ ਕਲਮ ਛੋੜ ਹੜਤਾਲ ਜਾਰੀ ਹੈ। ਜੀ, ਸਭ ਤੋਂ ਪਹਿਲਾਂ ਮੇਰਾ ਨਾਮ ਰਮਨਦੀਪ ਸਿੰਘ ਹੈ ਤੇ ਮੈਂ ਖੇਤੀਬਾੜੀ ਸਬ ਇੰਸਪੈਕਟਰ ਅਮਲੋਹ ਫਤਿਹਗੜ੍ਹ ਸਾਹਿਬ ਤੋਂ ਹਾਂ। ਅਸੀਂ ਜੋ ਪੰਜਾਬ ਸਰਕਾਰ ਵੱਲੋਂ ਸਾਡੇ ਨਾਲ ਸਮੇਂ-ਸਮੇਂ ਸਿਰ ਵਖਰੇਵੇਂ ਜਿਹੜੇ ਕੀਤੇ ਗਏ ਨੇ ਉਹਦੇ ਦੇ ਖਿਲਾਫ ਇੱਥੇ ਰੋਸ ਧਰਨਾ ਦੇ ਰਹੇ ਹਾਂ। ਖੇਤੀਬਾੜੀ ਸਬ ਇੰਸਪੈਕਟਰ ਹੈ ਜਿਹੜਾ ਉਹ ਖੇਤੀਬਾੜੀ ਮਹਿਕਮੇ ਦਾ ਮੁੱਢਲਾ ਕੰਮ ਹੈ ਜੋ ਜ਼ਿਮੀਂਦਾਰ ਅਤੇ ਸਰਕਾਰ ਦੇ ਵਿੱਚ ਸਾਰਾ ਜਿਹੜਾ ਤਾਲਮੇਲ ਦਾ ਕੰਮ ਕਰਦਾ ਹੈ। ਜਿੰਨੀਆਂ ਵੀ ਸਰਕਾਰ ਦੀਆਂ ਸਕੀਮਾਂ ਨੇ ਅਸੀਂ ਜ਼ਿਮੀਂਦਾਰ ਤੱਕ ਪਹੁੰਚਾਉਣੇ ਆ ਤੇ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਸਾਡੇ ਨਾਲ ਕਾਫੀ ਵਿਤਕਰੇ ਕਰੇ ਗਏ ਨੇ। ਸਭ ਤੋਂ ਜਿਹੜਾ ਸਾਡਾ ਮੇਨ ਇੱਥੇ ਮੁੱਖ ਮੰਗ ਆ ਇਸ ਧਰਨੇ ਦੀ ਉਹ ਸਾਡੀ ਪੇ ਪੈਰਿਟੀ ਨੂੰ ਲੈ ਕੇ ਆ, ਜਿਹੜੀ ਕਿ ਸਾਡੀ ਕਿਸੇ ਸਮੇਂ ਵੈਟਰਨਰੀ ਇੰਸਪੈਕਟਰਾਂ ਦੇ ਬਰਾਬਰ ਹੁੰਦੀ ਸੀ, ਪਰ ਉਹ 1996 ਤੋਂ ਬਾਅਦ ਹੌਲੀ-ਹੌਲੀ ਉਹ ਪੇ ਪੈਰਿਟੀ ਟੁੱਟਦੀ ਹੋਈ 2011 ਦੇ ਵਿੱਚ ਜਿਹੜੇ ਵੈਟਰਨਰੀ ਇੰਸਪੈਕਟਰ ਨੇ ਉਹਨਾਂ ਦਾ ਜਿਹੜਾ ਪੇ ਬੈਂਡ ਹੀ ਆ ਉਹ ਬਿਲਕੁਲ ਚੇਂਜ ਕਰ ਦਿੱਤਾ ਗਿਆ ਤੇ ਸਾਡਾ ਅਜੇ ਤੱਕ ਪੇ ਬੈਂਡ ਉਹੀ ਚੱਲ ਰਿਹਾ ਜੋ 1996 ਤੋਂ ਪਹਿਲਾਂ ਤੱਕ ਦਾ ਚੱਲ ਰਿਹਾ ਸੀਗਾ। ਸੋ ਅਸੀਂ ਪਹਿਲਾਂ ਵੀ ਉੱਚ ਅਧਿਕਾਰੀਆਂ ਨੂੰ ਇਸ ਦੇ ਸੰਬੰਧ ਵਿੱਚ ਕਾਫੀ ਜਿਹੜੀ ਅਪੀਲ ਕਰ ਚੁੱਕੇ ਹਾਂ ਤੇ ਕਾਫੀ ਅਸੀਂ ਕੈਬਨਿਟ ਮੰਤਰੀਆਂ ਨੂੰ ਵੀ ਮਿਲ ਕੇ ਮੈਮੋਰੈਂਡਮ ਦੇ ਚੁੱਕੇ ਹਾਂ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਪਰ ਹਾਲੇ ਤੱਕ ਸਾਨੂੰ ਕਿਸੇ ਨੇ ਵੀ ਸਾਡਾ ਹੱਥ ਨਹੀਂ ਫੜਿਆ ਗਿਆ। ਸਿਰਫ ਇੱਕ ਲਾਰੇ ਲਾਏ ਜਾਂਦੇ ਨੇ ਕਿ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ। ਪੇ ਕਮਿਸ਼ਨ ਨੂੰ ਵੀ ਅਸੀਂ ਪਿਛਲੇ ਦਿਨੀ ਮਿਲੇ, ਉਹਨਾਂ ਨੇ ਵੀ ਸਾਨੂੰ ਭਰੋਸਾ ਦਿੱਤਾ ਕਿ ਤੁਹਾਡਾ ਜਿਹੜਾ ਹੱਕ ਆ ਇਹ ਵਾਜਿਬ ਆ, ਪਰ ਸਾਡਾ ਕਿਤੇ ਵੀ ਅੱਗੇ ਕੰਮ ਨਹੀਂ ਹੋ ਰਿਹਾ ਹੈਗਾ ਵੀ ਸਾਨੂੰ ਸਾਡੇ ਹੱਕ ਸਾਡੇ ਮਿਲਣ। ਤਾਂ ਕਰਕੇ ਅਸੀਂ ਇਸ ਦੇ ਰੋਸ ਦੇ ਵਿੱਚ ਇੱਥੇ 5 ਰੋਜ਼ਾ ਅਸੀਂ 9 ਤਰੀਕ ਤੋਂ ਲੈ ਕੇ 13 ਤਰੀਕ ਤੱਕ ਧਰਨਾ ਲਾ ਰਹੇ ਹਾਂ, ਜਿਹਦਾ ਕਿ ਅੱਜ ਸਾਡਾ ਤੀਜਾ ਦਿਨ ਆ। ਅਸੀਂ ਪਿਛਲੇ ਦਿਨੀ ਵੀ 6 ਤਰੀਕ ਨੂੰ ਪਟਿਆਲਾ ਦੇ ਵਿੱਚ ਪੰਜਾਬ ਲੈਵਲ ਦੀ ਇੱਕ ਰੈਲੀ ਕਰੀ ਸੀ, ਜਿੱਥੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਆਪਣਾ ਮੈਮੋਰੈਂਡਮ ਦਿੱਤਾ ਸੀ ਤੇ ਮੰਗਾਂ ਬਾਰੇ ਜਾਣੂ ਕਰਵਾਇਆ ਸੀ। ਜਿਵੇਂ ਅੱਗੇ ਅਸੀਂ ਧਰਨਾ ਦੇ ਰਹੇ ਹਾਂ, ਅਸੀਂ ਇਹ ਸਰਕਾਰ ਤੱਕ ਆਪਣੀਆਂ ਗੱਲਾਂ ਵੀ ਪਹੁੰਚਾ ਰਹੇ ਹਾਂ ਕਿ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਇਹ ਜਿਹੜਾ ਸਾਡਾ ਰੋਸ ਧਰਨਾ ਹੈ ਹੋਰ ਵੀ ਅੱਗੇ ਜਾਊ ਤੇ ਹੋਰ ਵੀ ਇਹਨੂੰ ਅਸੀਂ ਸ਼ਕਤੀਸ਼ਾਲੀ ਕਰਾਂਗੇ ਤਾਂ ਕਿ ਸਾਡੀਆਂ ਮੰਗਾਂ ਸਰਕਾਰ ਤੱਕ ਪਹੁੰਚਣ ਤੇ ਉਹ ਸਾਡੀਆਂ ਮੰਗਾਂ ਨੂੰ ਮੰਨਣ। ਖੇਤੀਬਾੜੀ ਸਬ ਇੰਸਪੈਕਟਰ ਬਡਾਲੀ ਆਲਾ ਸਿੰਘ ਬਲਾਕ ਖੇੜਾ ਵਿਖੇ ਤੈਨਾਤ ਹਾਂ। ਅਸੀਂ ਪਿਛਲੇ 7-8 ਸਾਲਾਂ ਤੋਂ ਇੱਥੇ ਖੇਤੀਬਾੜੀ ਸਬ ਇੰਸਪੈਕਟਰ ਤਹਿਤ ਨੌਕਰੀ ਕਰ ਰਹੇ ਹਾਂ। ਸਾਡੀਆਂ ਜਿਹੜੀਆਂ ਤਨਖਾਹਾਂ ਨੇ ਸਾਡੀ ਜਿਹੜੀ ਜੌਬ ਦੇ ਹਿਸਾਬ ਨਾਲ ਬਹੁਤ ਵਿਤਕਰੇ ਭਰੇ ਹਿਸਾਬ ਨਾਲ ਦਿੱਤੀਆਂ ਜਾਂਦੀਆਂ ਨੇ। ਸਾਡਾ ਜਿਹੜਾ ਸਕੇਲ ਹੈ ਉਹ ਬੇਸਿਕਲੀ ਸਭ ਤੋਂ ਘੱਟ ਹੈ, ਜਿਹੜਾ ਕਿ ਪੰਜਾਬ 'ਚ ਹਜੇ ਕਿਸੇ ਨੂੰ ਵੀ ਨਹੀਂ ਮਿਲ ਰਿਹਾ ਹੈਗਾ, 250 ਗ੍ਰੇਡ ਪੇ। ਪਹਿਲਾਂ ਸਾਡਾ ਸਕੇਲ ਵੈਟਨਰੀ ਇੰਸਪੈਕਟਰਾਂ ਦੇ ਨਾਲ ਹੁੰਦਾ ਸੀਗਾ, ਉਹਨਾਂ ਦੇ ਬਰਾਬਰ ਹੁੰਦਾ ਸੀਗਾ। ਹੁਣ ਉਹਨਾਂ ਦਾ ਤੇ ਭੂਮੀ ਰੱਖਿਆ ਵਿਭਾਗ ਵਿੱਚ ਜਿਹੜੇ ਇੰਸਪੈਕਟਰ ਨੇ ਸਾਡੇ ਤਰ੍ਹਾਂ ਕੰਮ ਕਰ ਰਹੇ ਨੇ, ਉਹਨਾਂ ਦਾ ਸਕੇਲ ਸਾਡੇ ਨਾਲੋਂ ਵੱਧ ਹੈ। ਅਸੀਂ ਪੇ ਪੈਰਿਟੀ ਚਾਹੁੰਦੇ ਹਾਂ, ਜਿੰਨਾ ਸਕੇਲ, ਕਿਉਂਕਿ ਅਸੀਂ ਉਹਨਾਂ ਦੇ ਬਰਾਬਰ ਦਾ ਹੀ ਲੈਵਲ ਦਾ ਹੀ ਕੰਮ ਕਰਦੇ ਹਾਂ। ਸਾਡੀ ਮੁੱਖ ਮੰਗ ਇਹੀ ਹੈ ਕਿ ਸਾਡਾ ਵੀ ਸਕੇਲ ਉਹਨਾਂ ਦੇ ਬਰਾਬਰ ਦਿੱਤਾ ਜਾਵੇ, ਕਿਉਂਕਿ ਅਸੀਂ ਕੰਮ ਇਕੱਲਾ ਸਾਡੇ ਕੋਲ 2-3 ਤਰ੍ਹਾਂ ਦੇ ਕੰਮ ਆ। ਅਸੀਂ ਖੇਤੀਬਾੜੀ ਦਫ਼ਤਰ ਦੇ ਤਹਿਤ ਅੰਕੜਾ ਵਿਭਾਗ ਦਾ ਕੰਮ ਵੀ ਕਰਦੇ ਹਾਂ। ਅਸੀਂ ਭੂਮੀ ਮਿੱਟੀ ਪਰਖ ਦਾ ਕੰਮ ਵੀ ਕਰਦੇ ਹਾਂ। ਅਸੀਂ ਕ੍ਰੌਪ ਕਟਿੰਗ ਸੰਬੰਧ ਦੇ ਵਿੱਚ ਵੀ ਕੰਮ ਕਰਦੇ ਹਾਂ। ਹੋਰ ਟਾਈਮ ਟੂ ਟਾਈਮ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਆਉਂਦੀਆਂ ਨੇ ਜਿਹਦੇ ਸੰਬੰਧੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ, ਉਹਦੇ ਤਹਿਤ ਵੀ ਕੰਮ ਕਰਦੇ ਹਾਂ। ਇਸ ਵਾਰੀ ਅਸੀਂ ਅਸੀਂ ਕਲਮ ਛੋੜ ਹੜਤਾਲ ਇਸੇ ਲਈ ਕੀਤੀ ਹੈ ਕਿ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ, ਸਾਨੂੰ ਵੈਟਨਰੀ ਇੰਸਪੈਕਟਰਾਂ ਦੇ ਬਰਾਬਰ ਤਨਖਾਹ ਦਿੱਤੀ ਜਾਵੇ ਤਾਂ ਜੋ ਅਸੀਂ ਤਨ ਮਨ ਨਾਲ ਆਪਣੀ ਸੇਵਾ ਨਿਭਾ ਸਕੀਏ ਕਿਸਾਨਾਂ ਦੇ ਪ੍ਰਤੀ। ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੇ ਪੰਜਾਬ ਦੇ ਵਿੱਚ ਜੀ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਖੇਤੀਬਾੜੀ ਸਬ ਇੰਸਪੈਕਟਰਾਂ ਵੱਲੋਂ ਜਿਹੜਾ ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਜਾਰੀ ਹੈ ਜੀ। ਅੱਜ ਸਾਡਾ ਚੌਥਾ ਦਿਨ ਹੈ ਜੀ। ਅਸੀਂ ਪਟਿਆਲੇ ਨੂੰ 6 ਅਗਸਤ ਨੂੰ ਪਟਿਆਲੇ ਵਿਖੇ ਸਾਡੇ ਸਾਰੇ ਸਾਥੀਆਂ ਨੇ ਖੇਤੀਬਾੜੀ ਸਬ ਇੰਸਪੈਕਟਰਾਂ ਨੇ ਉਸ ਰੈਲੀ ਦੇ ਵਿੱਚ ਭਾਗ ਲਿਆ ਸੀ, ਜਿਸ ਦੇ ਵਿੱਚ ਵੀ ਆਪਣੀਆਂ ਅਸੀਂ ਮੰਗਾਂ CM ਸਾਹਿਬ ਨੂੰ
ਬ੍ਰਹਮ ਇੰਦਰਾ ਜੀ ਨੂੰ ਅਤੇ ਸਿੱਧੂ ਸਾਹਿਬ ਜੀ ਨੂੰ ਅਸੀਂ ਆਪਣੇ ਪਟਿਆਲੇ ਦੇ ਡੀਸੀ ਸਾਹਿਬ ਨੂੰ ਸੌਂਪੀਆਂ ਸੀਗੀਆਂ। ਸਾਡੀਆਂ ਜਿਹੜੀਆਂ ਮੰਗਾਂ ਨੇ, ਸਾਡੀਆਂ ਮੁੱਖ ਮੰਗ ਸਾਡੀ ਪੇ ਪੈਰਿਟੀ ਦੇ ਸੰਬੰਧ ਦੇ ਵਿੱਚ ਹੈ। ਪੰਜਾਬ ਸਰਕਾਰ ਵੱਲੋਂ ਤੇ ਜਿਹੜਾ ਵੈਟਰਨਰੀ ਵਿਭਾਗ ਹੈ, ਵੈਟਰਨਰੀ ਇੰਸਪੈਕਟਰ ਤੇ ਸਬ ਇੰਸਪੈਕਟਰ ਦੀਆਂ ਜਿਹੜੀਆਂ ਜਦੋਂ ਇਹ ਇੱਕ ਲਾਅ ਦੇ ਮੁਤਾਬਕ ਸਟਾਰਟਿੰਗ ਹੋਈ ਸੀ ਤਾਂ ਸਾਡੀਆਂ ਤਨਖਾਹਾਂ ਸੇਮ ਸੀਗੀਆਂ। ਸਾਡੇ ਡਿਪਾਰਟਮੈਂਟ ਤੇ ਵੈਟਰਨਰੀ ਡਿਪਾਰਟਮੈਂਟ ਦੇ ਵਿੱਚ ਜਿਹੜੇ ਵੀ ਐਜ਼ ਪਰ ਰੂਲ ਜਿਹੜੀਆਂ ਗੌਰਮੈਂਟ ਦੀਆਂ ਪੋਸਟਾਂ ਨੇ, ਉਹਨਾਂ ਦੀ ਸਾਰਿਆਂ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਸੇਮ ਨੇ, ਸੈਲਰੀ ਵੀ ਸੇਮ ਹੈ। ਪਰ ਇਕੱਲਾ ਖੇਤੀਬਾੜੀ ਸਬ ਇੰਸਪੈਕਟਰ ਤੇ ਵੈਟਰਨਰੀ ਇੰਸਪੈਕਟਰ ਦੇ ਨਾਲ ਇਹ ਸਾਡਾ ਜਿਹੜਾ ਤਾਲਮੇਲ ਹੈ ਇਸ ਮਤਲਬ ਸਿਰੇ ਨਹੀਂ ਚੜ੍ਹਿਆ। ਵੈਟਰਨਰੀ ਇੰਸਪੈਕਟਰ ਦੀ ਸੈਲਰੀ ਤਾਂ ਅੱਜ 4200 ਗ੍ਰੇਡ ਪੇ ਲੈ ਰਿਹਾ, ਪਰ ਜਿਹੜਾ ਖੇਤੀਬਾੜੀ ਸਬ ਇੰਸਪੈਕਟਰ ਹੈ ਇਹ 2800 ਗ੍ਰੇਡ ਪੇ 'ਤੇ ਹੀ ਖੜਿਆ ਹੋਇਆ, ਜਿਸ ਦੇ ਨਾਲ ਸਾਨੂੰ ਹਰ ਇੱਕ ਸਬ ਇੰਸਪੈਕਟਰ ਨੂੰ ਜਿਹੜਾ ਮਾਲੀ ਨੁਕਸਾਨ ਚੜ੍ਹੇ ਮਹੀਨੇ ਬਹੁਤ ਜ਼ਿਆਦਾ ਹੁੰਦਾ ਹੈ। ਤੁਸੀਂ ਆਪ ਹਿਸਾਬ ਲਾਓ ਵੀ ਅੱਜ ਦੀ ਡੇਟ ਦੇ ਵਿੱਚ ਜਿਹੜੇ ਡਰਾਈਵਰ ਭਾਈਚਾਰੇ ਨੇ, ਸਾਡੇ ਭਾਈ ਨੇ, ਉਹ ਸਾਡੇ ਤੋਂ ਵੱਧ ਤਨਖਾਹ ਲੈ ਰਹੇ ਨੇ। ਹਾਲਾਂਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਜਿਹੜਾ ਖੇਤੀਬਾੜੀ ਸਬ ਇੰਸਪੈਕਟਰ ਹੈ ਉਹ ਡਿਪਲੋਮਾ ਹੋਲਡਰ ਵੀ ਹੈ, ਡਿਗਰੀ ਹੋਲਡਰ ਵੀ ਹੈ, MSc ਵੀ ਹੈ ਤੇ PhD ਵੀ ਨੇ। ਅਤੇ ਵਿਭਾਗ ਦੇ ਵਿੱਚ ਜਿਹੜਾ ਕਿਸਾਨਾਂ ਦੇ ਨਾਲ ਪਹਿਲਾ ਸਾਡਾ ਰੁਤਬਾ ਆ, ਉਹ ਇੱਕ ਵਿਭਾਗ ਤੇ ਕਿਸਾਨ, ਇੱਕ ਸਬ ਇੰਸਪੈਕਟਰ ਕੜੀ ਦਾ ਕੰਮ ਕਰਦਾ ਹੈ। ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਨੇ ਜਿਹੜੀਆਂ ਉਹ ਕਿਸਾਨਾਂ ਤੱਕ ਸਬ ਇੰਸਪੈਕਟਰ ਪਹੁੰਚਦਾ ਕਰਦਾ। ਅਤੇ ਸਾਡੀ ਸਰਕਾਰ ਨੂੰ ਇਹੋ ਮੰਗ ਹੈ ਕਿ ਜਿਹੜੀ ਸਾਡੀ ਪੇ ਪੈਰਿਟੀ ਇਹਨੂੰ ਜਲਦ ਤੋਂ ਜਲਦ ਬਹਾਲ ਕੀਤਾ ਜਾਵੇ ਤਾਂ ਜੋ ਅਸੀਂ ਹੋਰ ਆਪਣੀ ਤਨਦੇਹੀ ਨਾਲ ਸੇਵਾਵਾਂ ਨਿਭਾ ਸਕੀਏ। ਮੇਰਾ ਨਾਮ ਜੀ ਮਨੀਸ਼ ਕੁਮਾਰ, ਖੇਤੀਬਾੜੀ ਸਬ ਇੰਸਪੈਕਟਰ। ਹਰਪਿੰਦਰ ਕੌਰ, ਖੇਤੀਬਾੜੀ ਸਬ ਇੰਸਪੈਕਟਰ ਫਤਿਹਗੜ੍ਹ ਸਾਹਿਬ। ਸਾਡੀ ਮੁੱਖ ਮੰਗ ਇਹੀ ਹੈ ਕਿ ਪੇ ਪੈਰਿਟੀ ਹੈ ਜਿਹੜੀ ਬਹਾਲ ਕੀਤੀ ਜਾਵੇ। ਸਾਡੇ ਨਾਲ ਜਿਹੜਾ ਵਿਤਕਰਾ ਹੋ ਰਿਹਾ ਹੈ ਉਹਨੂੰ ਖਤਮ ਕੀਤਾ ਜਾਵੇ। ਸਾਡੀ ਮੇਨ ਮੰਗ ਇਹੀ ਹੈ ਕਿ ਤੁਸੀਂ ਸਾਨੂੰ ਜਿਹੜੀ ਤਨਖਾਹ ਦੇ ਰਹੇ ਹੋ, ਸਾਡਾ ਗ੍ਰੇਡ ਪੇ, ਉਹ ਕਿ ਬਹੁਤ ਹੀ ਜ਼ਿਆਦਾ ਵੱਡੀ ਸਾਡੇ ਨਾਲ ਬਹੁਤ ਵੱਡੀ ਨਾਇਨਸਾਫੀ ਹੈ। ਸਾਡਾ ਗ੍ਰੇਡ ਪੇ ਸਹੀ ਕੀਤਾ ਜਾਵੇ। ਸਾਡਾ ਅੱਜ ਗ੍ਰੇਡ ਪੇ ਇੱਕ ਕਲਰਕ ਜੋ ਕਿ ਆਫਿਸ ਦੇ ਵਿੱਚ ਕੰਮ ਕਰ ਰਿਹਾ ਹੈ ਉਸ ਤੋਂ ਵੀ ਘੱਟ ਹੈ, ਜੋ ਕਿ ਬਹੁਤ ਜ਼ਿਆਦਾ। ਅਸੀਂ ਫੀਲਡ ਦੇ ਵਿੱਚ ਜਾ ਰਹੇ ਹਾਂ, ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਹਾਂ, ਪਰ ਅਸੀਂ ਟੈਕਨੀਕਲ ਬੰਦੇ ਹਾਂ। ਅਸੀਂ ਬਹੁਤ ਹੀ ਜ਼ਿਆਦਾ MSc BSc ਸਭ ਕੀਤੀ ਹੋਈ ਹੈ, ਸਭ ਨੂੰ ADO ਦੇ ਬਰਾਬਰ ਹੀ ਨੌਲੇਜ ਹੈ, ਹਾਲਾਂਕਿ ਉਸ ਤੋਂ ਜ਼ਿਆਦਾ ਕੰਮ ਕਰਦੇ ਹਾਂ। ਪਰ ਸਾਨੂੰ ਜੋ ਤਨਖਾਹ ਮਿਲ ਰਹੀਆਂ ਨੇ ਉਹ ਨਾ ਥੋੜ੍ਹੀ ਬਹੁਤ ਕੋਈ ਫਾਸਲਾ ਨਹੀਂ, ਬਹੁਤ ਜ਼ਿਆਦਾ ਫਾਸਲਾ। ਇਹ ਫਾਸਲੇ ਨੂੰ ਖਤਮ ਕੀਤਾ ਜਾਵੇ। ਇੰਨਾ ਵੱਡਾ ਫਾਸਲਾ ਆਪਾਂ ਕਹਿ ਨਹੀਂ ਸਕਦੇ ਕਿ ਇਹ ਫਾਸਲਾ ਹੈ, ਇਹ ਬਹੁਤ ਹੀ ਜ਼ਿਆਦਾ ਨਾਇਨਸਾਫੀ ਹੈ। ਸਾਡੇ ਨਾਲ ਜੋ ਇਹ ਨਾਇਨਸਾਫੀ ਹੋ ਰਹੀ ਹੈ, ਪਲੀਜ਼ ਇਹਨੂੰ ਖਤਮ ਕੀਤਾ ਜਾਵੇ। ਸਰਕਾਰ ਨੂੰ ਸਾਡੀ ਇਹੀ ਮੰਗ ਹੈ ਕਿ ਸਾਡੇ ਵੱਲ ਧਿਆਨ ਦਿੱਤਾ ਜਾਵੇ, ਜੋ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ। ਨਹੀਂ, ਜੇਕਰ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਇਹ ਸੰਘਰਸ਼ ਐਵੇਂ ਹੀ ਚੱਲਦਾ ਰਹੂਗਾ। ਅਤੇ ਅਸੀਂ ਸਾਰੀ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਕਿ ਅਸੀਂ ਕੀ ਕੰਮ ਕਰ ਰਹੇ ਹਾਂ। ਦਫ਼ਤਰ ਦੇ ਵਿੱਚ ਜੋ ਕੰਮ ਨੇ ਉਹ ਬੰਦ ਪਏ ਨੇ। ਕੀ ਤੁਸੀਂ ਪਿੰਡਾਂ ਦੇ ਵਿੱਚ ਜਾਗਰੂਕ ਪਿੰਡਾਂ ਦੇ ਵਿੱਚ ਅਸੀਂ ਕੋਈ ਵੀ ਖੇਤੀਬਾੜੀ ਨਾਲ ਸੰਬੰਧਿਤ ਇਨਪੁਟਸ ਨੇ ਉਹ ਕਿਸਾਨਾਂ ਤੱਕ ਸਿੱਧੀਆਂ ਕੌਣ ਪਹੁੰਚਾਉਂਦਾ ਹੈ? ਖੇਤੀਬਾੜੀ ਉਪ ਨਿਰੀਖਕ। ਇਹੀ ਸਾਡੇ ਕੰਮ ਨੇ। ਅਸੀਂ ਲਾਇਸੈਂਸ ਹੋਰ ਹੈੱਡਕੁਆਟਰ ਦੇ ਉੱਤੇ ਕੌਣ ਕਰਦਾ ਹੈ? ਇਹ ਖੇਤੀਬਾੜੀ ਉਪ ਨਿਰੀਖਕ ਹੀ ਕਰ ਰਹੇ ਨੇ। ਸਰਕਾਰ ਦੀ ਹਰ ਟਾਈਮ ਟੂ ਟਾਈਮ ਰਿਪੋਰਟਾਂ ਪਹੁੰਚ ਰਹੀਆਂ ਨੇ। ਕੌਣ ਪਹੁੰਚਾ ਰਿਹਾ? ਨੀਚੇ ਗਰਾਊਂਡ ਲੈਵਲ ਤੇ ਕੰਮ ਕੌਣ ਕਰ ਰਿਹਾ? ਕੰਮ ਹੋ ਕਿੱਥੋਂ ਰਿਹਾ? ਇਹ ਸਭ ਨੂੰ ਪਤਾ ਹੈ ਤੇ ਸਾਰੇ ਇਸ ਬਾਰੇ ਜਾਣੂ ਨੇ। ਪਰ ਇਹ ਫਾਸਲਾ ਕੋਈ ਵੀ ਖਤਮ ਕਰਨ ਲਈ ਤਿਆਰ ਨਹੀਂ ਹੈ। ਇਹ ਫਾਸਲਾ ਖਤਮ ਕੀਤਾ ਜਾਵੇ। ਸਰਕਾਰ ਨੂੰ ਇਹ ਸਾਡੀ ਮੰਗ ਹੈ ਜਿਹੜੀ ਪਹੁੰਚਾਈ ਜਾਵੇ। ਇਹੀ ਸਾਡੀ ਮੰਗ ਹੈ। ਕੀ ਨਾਮ ਤੁਹਾਡੇ? ਹਰਪਿੰਦਰ ਕੌਰ। ਕੀ ਹੈ ਤੁਸੀਂ? ਇਹ ਖੇਤੀਬਾੜੀ ਉਪ ਨਿਰੀਖਕ ਫਤਿਹਗੜ੍ਹ ਸਾਹਿਬ ਹੈੱਡਕੁਆਟਰ।